ਭੈਣ ਅਮਰੀਕਾ ਜਾਏਗੀ ਤੇ ਜਾ ਕੇ ਮੈਨੂੰ ਵੀ ਬੁਲਾਏਗੀ। ਨੌਜਵਾਨ ਟਰੱਕ ਦੀ ਬੱਤੀ ਮਗਰ ਲੱਗਿਆ ਸੀ, ਉਹਨੂੰ ਇਹ ਨਹੀਂ ਸੀ ਪਤਾ ਕਿ ਉਹਦਾ ਹਾਥ ਜਿਹੜਾ ਚੈਂਚਰ ਪੱਥਰ ਥੱਲੇ ਰੱਖ ਕੇ ਤੇ ਚੇ ਦਿੱਤਾ ਜਾਏਗਾ। ਨੌਜਵਾਨ ਬੜਾ ਖੁਸ਼ ਹੈ ਕਿ ਘਰ ਦੇ ਆਖਦੇ ਨੇ ਕਿ ਇਹਨੂੰ ਜਿਹੜਾ ਅਮਰੀਕਾ ਹੀ ਟੋਰਨਾ, ਮੁੰਡਾ ਕਿਹੜਾ ਸਾਡਾ ਕਿਸੇ ਤੋਂ ਘੱਟ ਹੈ, ਜਦੋਂ ਵੀ ਇਹ ਜਾਏਗਾ ਅਮਰੀਕਾ ਹੀ ਜਾਏਗਾ, ਪੜ੍ਹਿਆ ਲਿਖਿਆ ਮੁੰਡਾ ਸਾਡਾ। ਨੌਜਵਾਨ ਜਿਹੜਾ ਉਹ ਵੀ ਇਸੇ ਗੱਲ ਤੇ ਅੜ ਗਿਆ ਸੀ, ਜਦੋਂ ਵੀ ਜਾਣਾ ਅਮਰੀਕਾ ਹੀ ਜਾਣਾ, ਹੋਰ ਕਿਸੇ ਮੁਲਕ ਮੈਂ ਨਹੀਂ ਜਾਣਾ। ਉਹਨਾਂ ਰਿਸ਼ਤਾ ਅੱਗੂ ਪਿੱਛੂ ਪਤਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਰਿਸ਼ਤੇ ਵਾਲਿਆਂ ਨੂੰ ਵੀ ਆਖਿਆ ਸੀ ਕਿ ਕੋਈ ਅਮਰੀਕਾ ਦਾ ਰਿਸ਼ਤਾ ਆ ਤੇ ਸਾਨੂੰ ਦੱਸਿਓ। ਉਹਨੇ ਆਖਿਆ ਜੀ ਠੀਕ ਹੈ, ਮੈਂ ਤੁਹਾਨੂੰ ਦੱਸਾਂਗਾ। ਮਹੀਨੇ ਬਾਅਦ ਜਿਸੇ ਰਿਸ਼ਤੇ ਵਾਲਾ ਘਰ ਆਇਆ, ਉਹਨੇ ਆਖਿਆ ਜੀ ਅਮਰੀਕਾ ਦਾ ਤੇ ਫਿਲਹਾਲ ਰਿਸ਼ਤਾ ਕੋਈ ਨਹੀਂ ਹੈ, ਲੇਕਿਨ ਯੂਰਪ ਦਾ ਹੈ ਜੀ। ਅਗਰ ਇਟਲੀ ਦਾ, ਫਰਾਂਸ ਦਾ, ਸਪੇਨ ਦਾ ਤੁਸੀਂ ਆਖਦੇ ਹੋ ਉਹ ਰਿਸ਼ਤਾ ਮੈਂ ਕਰਾ ਸਕਦਾ। ਉਹਨੇ ਆਖਿਆ ਜੀ ਨਾ, ਜਦੋਂ ਵੀ ਟੋਰਨਾ ਅਸਾਂ ਮੁੰਡੇ ਨੂੰ ਅਮਰੀਕਾ ਟੋਰਨਾ, ਹੋਰ ਕਿਧਰੇ ਨਹੀਂ ਟੋਰਨਾ। ਮੁੰਡਾ ਵੀ ਇਹੀ ਗੱਲ ਕਰਦਾ ਕਿ ਅਮਰੀਕਾ ਹੀ ਮੈਂ ਜਾਣਾ, ਹੋਰ ਯੂਰਪ ਦੇ ਕਿਸੇ ਮੁਲਕ ਨਹੀਂ ਜਾਣਾ। ਰਿਸ਼ਤੇ ਵਾਲੇ ਨੇ ਆਖਿਆ ਠੀਕ ਹੈ, ਜਦੋਂ ਹੋਇਆ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ। 6 ਮਹੀਨੇ ਗੁਜ਼ਰ ਗਏ, ਰਿਸ਼ਤੇ ਵਾਲਾ ਕੋਨਾ ਆਇਆ। ਉਹਨਾਂ ਆਪੂ ਜਾ ਕੇ ਪੁੱਛਿਆ, ਉਹਨਾਂ ਆਖਿਆ ਕੀ ਗੱਲ ਹੈ, ਸਾਨੂੰ ਕੋਈ ਰਿਸ਼ਤਾ ਤੂੰ ਨਹੀਂ ਦਿਖਾਉਂਦਾ ਪਿਆ। ਉਹਨਾਂ ਆਖਿਆ ਜੀ ਮੈਂ ਕੋਸ਼ਿਸ਼ ਕਰਨਾ ਪਿਆ, ਜਦੋਂ ਵੀ ਕੋਈ ਅਮਰੀਕਾ ਵਾਲਾ ਰਿਸ਼ਤਾ ਆਇਆ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਉਹਨਾਂ ਆਖਿਆ ਪਹਿਲਾਂ ਸਾਨੂੰ ਦੱਸ, ਨਹੀਂ ਬੇਸ਼ੱਕ ਸਾਡੇ ਕੋਲ ਤੂੰ ਪੈਸੇ ਜ਼ਿਆਦਾ ਲਾ ਲਈ। ਉਹਨਾਂ ਆਖਿਆ ਪੈਸਿਆਂ ਲਈ ਕੋਈ ਗੱਲ ਨਹੀਂ, ਜਦੋਂ ਵੀ ਰਿਸ਼ਤਾ ਆਇਆ ਪਹਿਲਾਂ ਮੈਂ ਤੁਹਾਡੇ ਕੋਲ ਹੀ ਆਵਾਂਗਾ। ਉਹ ਕਰਦਿਆਂ ਕਰਿਆ ਤੇਰਾ 2 ਸਾਲ ਗੁਜ਼ਰ ਗਏ। ਮੁੰਡਾ ਜਿਹੜਾ ਮਾਯੂਸ ਹੋ ਗਿਆ, ਹੋਰ ਛੱਡ ਕੇ ਉਹਦੇ ਸਿਰ ਦੇ ਵਾਲ ਵੀ ਝੜਨੇ ਸ਼ੁਰੂ ਹੋ ਗਏ। ਉਹ ਮੁੰਡਾ ਉਸ ਤਰ੍ਹਾਂ ਨਹੀਂ ਸੀ ਰਿਹਾ ਜਿਸ ਤਰ੍ਹਾਂ ਪਹਿਲਾਂ ਸੋਹਣਾ ਉਹ ਲੱਗਦਾ ਸੀ। ਉਹਨਾਂ ਰਿਸ਼ਤੇ ਵਾਲਿਆਂ ਨੂੰ ਆਖਿਆ ਚਲੋ ਅਮਰੀਕਾ ਦਾ ਰਿਸ਼ਤਾ ਨਹੀਂ ਲੱਭਦਾ ਤੇ ਚੱਲ ਤੂੰ ਇੰਜ ਕਰ, ਸਾਨੂੰ ਹੁਣ ਯੂਰਪ ਦਾ ਹੀ ਕੋਈ ਰਿਸ਼ਤਾ ਕਰਾ ਦੇ। ਉਹਨਾਂ ਆਖਿਆ ਜੀ ਪਹਿਲਾਂ ਮੈਂ ਤੁਹਾਨੂੰ ਆਖਿਆ 3-4 ਰਿਸ਼ਤੇ ਆਏ ਸੀ, ਲੇਕਿਨ ਤੁਸੀਂ ਮੇਰੀ ਗੱਲ ਕੋਈ ਨਹੀਂ ਸੁਣੀ। ਉਹ ਢੇਰ ਬੰਦਿਆਂ ਨੇ ਮੈਨੂੰ ਆਖੀ ਹੈ, ਪਹਿਲਾਂ ਮੈਂ ਉਹਨਾਂ ਦਾ ਕਰਾਂਗਾ, ਉਸ ਤੋਂ ਬਾਅਦ ਜੇ ਉਹਨਾਂ ਨੂੰ ਨਾ ਪਸੰਦ ਆਇਆ ਫਿਰ ਤੁਹਾਡੇ ਕੋਲ ਮੈਂ ਲੈ ਕੇ ਆਉਣਾ। ਬੜੀਆਂ ਰਿਕੁਐਸਟਾਂ ਕੀਤੀਆਂ, ਅਸੀਂ ਪੈਸੇ ਵੀ ਜ਼ਿਆਦਾ ਦੇਣ ਨੂੰ ਤਿਆਰ ਹਾਂ। ਉਹਨਾਂ ਆਖਿਆ ਜੀ ਬਹਰਹਾਲ ਫਿਲਹਾਲ ਮੇਰੇ ਕੋਲ ਇੰਜ ਦਾ ਰਿਸ਼ਤਾ ਕੋਈ ਨਹੀਂ, ਅਗਰ ਕੋਈ ਅਮਰੀਕਾ ਦਾ ਹੋਇਆ ਤੇ ਪਹਿਲਾਂ ਤੁਹਾਡੇ ਕੋਲ ਮੈਂ ਆਵਾਂਗਾ। ਭਾਈ ਰਿਸ਼ਤੇ ਵਾਲੇ ਵੀ ਜਿਹੜਾ ਅਸੂਲਾਂ ਵਾਲੇ ਹੁੰਦੇ ਨੇ ਉਹ ਇੰਤਜ਼ਾਰ ਕਰਨ ਲੱਪੇ। ਕਰਦੇ 3-4 ਸਾਲ ਗੁਜ਼ਰ ਗਏ, ਲੇਕਿਨ ਇੰਜ ਦਾ ਕੋਈ ਰਿਸ਼ਤਾ ਨਾ ਆਇਆ। ਇੱਕ ਦਿਨ ਰਿਸ਼ਤੇ ਵਾਲਾ ਘਰ ਆ, ਉਹਨੇ ਆਖਿਆ ਜੀ ਗੱਲ ਸੁਣੋ, ਮੁੰਡੇ ਵਾਸਤੇ ਤੇ ਕੋਈ ਨਹੀਂ ਹੈ, ਲੇਕਿਨ ਤੁਹਾਡੀ ਕੁੜੀ ਵਾਸਤੇ ਜਿਹੜਾ ਨਾ ਇੱਕ ਰਿਸ਼ਤਾ ਹੈ ਅਮਰੀਕਾ ਦਾ, ਜੇ ਤੁਸੀਂ ਆਖਦੇ ਹੋ ਤੇ ਉਹ ਮੈਂ ਕਰਾ ਦੇਣਾ। ਕੁੜੀ ਚੰਗੀ ਭਲੀ ਪੜ੍ਹੀ ਲਿਖੀ ਸੀ, ਸੋਹਣੀ ਵੀ ਹੈ ਸੀ। ਉਹਨਾਂ ਪਹਿਲਾਂ ਆਖਿਆ ਜੀ ਅਸੀਂ ਸੋਚ ਕੇ ਤੇ ਫਿਰ ਦੱਸਾਂਗੇ, ਅਸੀਂ ਤੇ ਪਹਿਲਾਂ ਮੁੰਡੇ ਦਾ ਕਰਨਾ ਸੀ। ਉਹਨਾਂ ਆਖਿਆ ਬਹਰਹਾਲ ਤੁਸੀਂ ਸੋਚ ਲਓ, ਜਲਦੀ ਕਰੋ, ਉਹਨਾਂ ਕੋਲ ਇਤਨਾ ਟਾਈਮ ਨਹੀਂ ਹੈ। ਉਹਨਾਂ ਆਖਿਆ ਜੀ ਠੀਕ ਹੈ, ਅਸੀਂ ਸੋਚ ਕੇ ਤੈਨੂੰ ਦੱਸਾਂ। ਉਹਨਾਂ ਘਰ ਸੋਚਿਆ, ਆਪੇ ਜੀ ਗੱਲਬਾਤ ਪੂਰੀ ਪਲਾਨਿੰਗ ਕੀਤੀ। ਉਹਨੇ ਆਖਿਆ ਭੈਣ ਜੇ ਤੂੰ ਟੁਰ ਜਾਏਂਗੀ ਨਾ ਅਮਰੀਕਾ, ਉੱਥੇ ਜਾ ਕੇ ਤੂੰ ਮੈਨੂੰ ਬੁਲਾ ਸਕਨੀ ਹੈ ਤੇ ਮੈਂ ਵੀ ਜਿਹੜਾ ਬੜੀ ਆਸਾਨੀ ਨਾਲ ਅਮਰੀਕਾ ਉੱਥੇ ਪਹੁੰਚ ਆਵਾਂਗਾ। ਉਹ ਭੈਣ ਜਿਹੜੀ ਉਹਨੇ ਆਖਿਆ ਮੈਨੂੰ ਕੋਈ ਇਤਰਾਜ਼ ਨਹੀਂ, ਚਲੋ ਠੀਕ ਹੈ, ਤੂੰ ਅਮੀਰਾਂ ਨਾਲ ਗੱਲ ਕਰ ਲੈ ਤੇ ਮੈਂ ਸ਼ਾਦੀ ਕਰਨ ਵਾਸਤੇ ਤਿਆਰ ਹਾਂ। ਉਹਨਾਂ ਜਨਾਬ ਰਿਸ਼ਤੇ ਵਾਲੇ ਨੂੰ ਫੋਨ ਕੀਤਾ। ਉਹਨਾਂ ਆਖਿਆ ਤੂੰ ਸਾਡੇ ਘਰ ਆ। ਜਿਸ ਵੇਲੇ ਰਿਸ਼ਤੇ ਵਾਲਾ ਘਰ ਆਇਆ, ਉਹਨਾਂ ਆਖਿਆ ਦੱਸ ਰਿਸ਼ਤਾ ਕਿਹੜਾ। ਉਹਨਾਂ ਆਖਿਆ ਜੀ ਉੱਥੇ ਰਹਿੰਦਾ ਅਮਰੀਕਾ ਜਵਾਨ, ਉਹਦੇ 3 ਬੱਚੇ ਨੇ, ਬੀਵੀ ਜਿਹੜੀ ਹੈ ਉਹ ਤਲਾਕ ਲੈ ਕੇ ਸੈਡੇ ਹੋ ਗਈ ਹੈ, ਲੇਕਿਨ ਇਹ ਬੱਚੇ ਜਿਹੜੇ ਨੇ ਇਹਦੇ ਨਾਲ ਹੀ ਨੇ। ਉਹਨਾਂ ਆਖਿਆ ਜੀ 3 ਉਹਦੇ ਬੱਚੇ ਨੇ। ਉਹਦੀ ਉਮਰ ਕਿੰਨੀ? ਉਹਨਾਂ ਆਖਿਆ ਉਮਰ ਉਹਦੀ ਤਕਰੀਬਨ ਹੈ 55 ਕੋਈ ਸਾਲ। ਉਹਦਾ ਆਪਣਾ ਕਾਰ ਹੈ, ਗੱਡੀ ਉਹਦੀ ਆਪਣੀ ਹੈ, ਬੜਾ ਸੋਹਣਾ ਉੱਥੇ ਸੈੱਟ ਹੈ। ਪਹਿਲਾਂ ਤਾਂ ਉਹਨਾਂ ਸੋਚਿਆ, ਲੇਕਿਨ ਫਿਰ ਮੁੰਡਾ ਜਿਹੜਾ ਜਿਹਦਾ ਪਹਿਲਾ ਖਾਬ ਸੀ ਅਮਰੀਕਾ ਜਾਣ ਦਾ, ਉਹਨੇ ਆਖਿਆ ਮੈਂ ਸੋਚਣ ਵਾਲੀ ਕਿਹੜੀ ਗੱਲ ਹੈ, ਆਪੇ ਉੱਥੇ ਜਾਏਗੀ, ਚੰਗੀ ਭਲੀ ਸੈੱਟ ਹੋ ਜਾਏਗੀ, ਤੁਸੀਂ ਫਿਕਰ ਨਾ ਕਰੋ। ਉਹਨੇ ਜਨਾਬ ਘਰਦਿਆਂ ਨਾਲ ਜ਼ਿੱਦ ਕੀਤੀ ਕਿ ਭੈਣ ਦਾ ਰਿਸ਼ਤਾ ਜਲਦੀ ਤੂੰ ਅਮਰੀਕਾ ਤੁਸੀਂ ਕਰੋ ਤਾਂ ਕਿ ਮੈਂ ਵੀ ਉੱਥੇ ਜਿਹੜਾ ਪਹੁੰਚਣ ਵਾਲੀ ਗੱਲ ਕਰਾਂ। ਘਰ ਦੇ ਆਖਿਆ ਜੀ ਠੀਕ ਹੈ, ਸਾਨੂੰ ਰਿਸ਼ਤਾ ਜਿਹੜਾ ਮਨਜ਼ੂਰ ਹੈ, ਉਹਨਾਂ ਨੂੰ ਤੂੰ ਜਿਹੜਾ ਨਾ ਸਾਡੇ ਘਰ ਬੁਲਾ। ਉਹ ਜਿਸ ਵੇਲੇ ਘਰ ਆਇਆ, ਨੌਜਵਾਨ ਤੇ ਚੰਗਾ ਮੋਟਾ ਤੇ ਫੂ ਪਿਆ ਕਰਦਾ ਸੀ, ਸਾਹ ਹੋਏ ਅਸੀਂ। ਉਹਨਾਂ ਆਖਿਆ ਤੇ ਚੰਗਾ ਭਲਾ ਮੋਟਾ, ਲੇਕਿਨ ਹੈ ਅਮਰੀਕਾ ਵਾਲਾ ਸੀ, ਚੰਗਾ ਫਰੂਟ ਸ਼ੂਟ ਤੇ ਚੰਗੀਆਂ ਚੀਜ਼ਾਂ ਲੈ ਕੇ ਆਇਆ ਸੀ ਇਹਨਾਂ ਦੇ ਘਰ। ਨੌਜਵਾਨ ਜਿਹੜਾ ਫਟੋਫਟ ਉਹਨੇ ਕੋਈ ਸ਼ੈ ਨਾ ਤੱਕੀ ਤੇ ਜਾ ਕੇ ਪਹਿਲਾਂ ਹੀ ਉਹਨੇ ਆਪਣਾ ਜੀਜਾ ਬਣਾ ਲਿਆ, ਉਹਦੇ ਕੋਲ ਜਾ ਕੇ ਬਹਿ ਰਿਹਾ। ਜੀ ਤੁਸੀਂ ਅਮਰੀਕਾ ਕਿਹੜੇ ਸ਼ਹਿਰ ਹੁੰਦੇ ਹੋ? ਉਹਨੇ ਜਨਾਬ ਪੂਰਾ ਤਾਰਫ ਕਰਾਇਆ, ਪੂਰੀ ਗੱਲਬਾਤ ਕੀਤੀ। ਉਹਨਾਂ ਨੂੰ ਕਹਿੰਦਾ ਉਸੇ ਦਿਨ ਹੀ ਕਿ ਅਗਰ ਮੇਰੀ ਭੈਣ ਦੀ ਸ਼ਾਦੀ ਤੁਹਾਡੇ ਨਾਲ ਹੋ ਜਾਏ ਤੇ ਕਿਆ ਮੈਂ ਵੀ ਆ ਸਕਣਾ? ਮੈਂ ਉਹਨੇ ਕਿਹਾ ਬਿਲਕੁਲ ਕਿਉਂ ਨਹੀਂ ਆ ਸਕਦਾ, ਤੂੰ ਤੇ ਬਿਲਕੁਲ ਆਸਾਨੀ ਨਾਲ ਅਮਰੀਕਾ ਤੂੰ ਪਹੁੰਚ ਆਵੇਂਗਾ। ਉਹ ਬੜਾ ਖੁਸ਼ ਹੋਇਆ। ਉਹਨੇ ਜਾ ਕੇ ਅੰਮਾ ਨੂੰ ਆਖਿਆ ਕਿ ਅੰਮਾ ਜੀ ਜਾਓ, ਜਾ ਕੇ ਹਾਂ ਕਰੋ, ਨਾ ਨਹੀਂ ਤੁਸੀਂ ਕਰਨੀ, ਬਸ ਹੁਣ ਅਮਰੀਕਾ ਦਾ ਰਿਸ਼ਤਾ ਆ, ਪਹਿਲਾਂ ਮੈਨੂੰ ਬਿਠਾਈ ਰੱਖਿਆ ਜੇ, ਇਹ ਨਾ ਵੇ ਮੇਰੀ ਭੈਣ ਵੀ ਬੈਠੀ ਰਵੇ। ਉਹਨਾਂ ਆਖਿਆ ਪੁੱਤਰ ਅਸੀਂ ਵੀ ਇਹ ਸੋਚਨੇ ਪਏ ਕਿ ਅਸੀਂ ਜਿਹੜਾ ਨਾ ਹਾਂ ਕਰ ਦਿਆ। ਲੇਕਿਨ ਨੌਜਵਾਨ ਚੰਗਾ ਮੋਟਾ ਤੇ ਚੰਗੀ ਉਮਰ ਵਾਲਾ ਸੀ, ਫਾਂ ਪਿਆ ਕਰਦਾ ਸੀ, ਲੇਕਿਨ ਖੈਰ ਉਹਨਾਂ ਨੇ ਹਾਮੀ ਪਾ ਲਈ। ਉਹਨਾਂ ਆਖਿਆ ਜੀ ਠੀਕ ਹੈ, ਜਿਹੜਾ ਨਾ ਅਸੀਂ ਸ਼ਾਦੀ ਕਰਨ ਵਾਸਤੇ ਤਿਆਰ ਹਾਂ। ਨੌਜਵਾਨ ਨੇ ਆਖਿਆ ਕਿ ਜੀ ਮੈਂ ਜ਼ਿਆਦਾ ਲੰਬੀ ਚੌੜੀ ਜਿਹੜਾ ਸ਼ਾਦੀ ਤੇ ਨਹੀਂ ਚਾਹੁੰਦਾ, ਮੈਂ ਨਿਕਾਹ ਕਰਕੇ ਤੇ ਮੈਂ ਵਾਪਸ ਜਾਣਾ, ਮੇਰੇ ਬੱਚੇ ਉੱਥੇ ਇਕੱਲੇ ਨੇ ਤੇ ਮੈਂ ਜਾ ਕੇ ਅਪਲਾਈ ਕਰਾਂਗਾ ਤੇ ਚਲੋ ਇਹ ਹੈ ਕਿ ਜਲਦੀ ਉੱਥੇ ਮੇਰੇ ਕੋਲ ਅਮਰੀਕਾ ਆ ਜਾਏਗੀ। ਕਾਰ ਦੇ ਆਖਿਆ ਜੀ ਸਾਨੂੰ ਕੋਈ ਐਸੀ ਗੱਲ ਨਹੀਂ, ਜਿਸ ਤਰ੍ਹਾਂ ਤੂੰ ਚਾਹਨੇ ਉਸ ਤਰ੍ਹਾਂ ਕਰ। ਨੌਜਵਾਨ ਨੇ ਆਖਿਆ ਠੀਕ ਹੈ ਜੀ, ਕੱਲ ਜਿਹੜਾ ਅਸੀਂ ਨਿਕਾਹ ਰੱਖ ਲੈਂਦੇ ਹਾਂ ਤੇ ਜਲਦੀ ਤੋਂ ਜਲਦੀ ਸ਼ਾਦੀ ਹੋ ਜੇ। ਉਹ ਜਨਾਬ ਆਇਆ,
ਉਹਨੇ ਆ ਕੇ ਨਿਕਾਹ ਕੀਤਾ, ਲੈ ਗਿਆ ਚੁੱਪ ਕਰਕੇ ਘਰ। ਅਗੂ ਜੀ ਦਾ ਪਹਿਲਾ ਹਾਬ ਆਇਆ, ਜਿਹਦੀ ਭੈਣ ਹੈ ਨੌਜਵਾਨ, ਸੁਬਹ ਉਹਨਾਂ ਦੇ ਘਰ ਪਹੁੰਚ ਗਿਆ। ਉੱਥੇ ਜਾ ਕੇ ਜੀਜੇ ਆਪਣੇ ਨੂੰ ਬਿਠਾ ਕੇ ਗੱਲਬਾਤ ਕਰਨਾ, ਜੀਜਾ ਮੇਰਾ ਵੀ ਬੜਾ ਹਾਬ ਹੈ, ਮੈਂ ਅਮਰੀਕਾ। ਉਹਨੇ ਕਿਹਾ ਯਾਰ ਤੂੰ ਫਿਕਰ ਨਾ ਕਰ, ਤੇਰੀ ਭੈਣ ਉੱਥੇ ਪਹੁੰਚੇਗੀ ਤੇ ਆਪੇ ਤੈਨੂੰ ਮੰਗਾ ਲੇਗੀ। ਜਿਹੜੀਆਂ ਵੀ ਜਨਾਨੀਆਂ ਜਾਂਦੀਆਂ ਨੇ ਉੱਥੇ ਜਾ ਕੇ ਆਪਣੇ ਭੈਣਾਂ ਭਰਾਵਾਂ ਨੂੰ ਬੜੀ ਆਸਾਨੀ ਨਾਲ ਬੁਲਾ ਲੈਂਦੀਆਂ ਨੇ। ਉਹ ਜਨਾਬ ਜਿਤਨੀ ਦੇਰ ਰਿਹਾ, ਮਹੀਨਾ ਡੇਢ, ਉਹਦਾ ਜੀਜਾ ਤੇ ਉਹ ਅੱਗੇ ਪਿੱਛੇ ਨੌਕਰਾਂ ਔਰ ਉਹਨਾਂ ਦੇ ਕੰਮ ਕਰਦਾ ਸੀ, ਇੰਜ ਦੌੜਦਾ ਫਿਰਦਾ ਸੀ ਅੱਗੇ ਪਿੱਛੇ। ਉਹ ਰਹਿ ਕੇ ਜਨਾਬ ਆਪਣਾ ਉੱਥੋਂ ਤੇ ਰਾਮ ਸਕੂਨ ਵਾਲਾ ਅਮਰੀਕਾ ਉੱਥੇ ਟੁਰ ਗਿਆ। ਜਿਸ ਵੇਲੇ ਉਹ ਅਮਰੀਕਾ ਗਿਆ ਤੇ ਪਿੱਛੋਂ ਇਹ ਜਵਾਨ ਜਿਹੜਾ ਅੱਗੋਂ WhatsApp ਤੇ ਉਹਨੂੰ ਮੈਸੇਜ ਕਰੇ, ਉਹ ਕਹਿੰਦਾ ਮੈਂ ਹਰ ਵਕਤ ਕੰਮ ਤੇ ਹੁੰਨਾ ਤੇ ਤੇਰਾ ਹਰ ਵਾਰੀ ਜਵਾਬ ਮੈਂ ਨਹੀਂ ਦੇ ਸਕਦਾ, ਤੂੰ ਇੰਤਜ਼ਾਰ ਕਰ ਤੇ ਮੈਂ ਆਪੇ ਤੈਨੂੰ ਰਾਬਤਾ ਕਰਾਂਗਾ। ਇੱਥੇ ਨੌਜਵਾਨ ਪਾਕਿਸਤਾਨ ਉਹਨਾਂ ਸਾਰਿਆਂ ਨੂੰ ਆਖ ਦਿੱਤਾ ਸੀ ਕਿ ਆਪਣੇ ਦੋਸਤਾਂ ਨੂੰ ਕਿ ਮੈਂ ਤੇ ਬੜੀ ਜਲਦੀ ਅਮਰੀਕਾ ਟੁਰ ਜਾਵਾਂਗਾ। ਉਹਨੇ ਕਿਹਾ ਬਾਬਾ ਤੇਰੀ ਤੇ ਫਿਰ ਲੈਟਰੀ ਨਿਕਲ ਆਈ ਹੈ। ਬਹਰਹਾਲ ਉਹ ਜਵਾਨ ਜਿਹੜਾ ਉਹਨੇ ਪੇਪਰ ਅਪਲਾਈ ਕੀਤੇ ਤੇ ਇਹਦੀ ਭੈਣ ਦਾ ਵੀਜ਼ਾ ਫਟੋਫਟ ਅਮਰੀਕਾ ਦਾ ਲੱਗ ਗਿਆ ਤੇ ਉਹ ਜਿਹੜਾ ਅਮਰੀਕਾ ਪਹੁੰਚ ਗਈ। ਉੱਥੇ ਜਨਾਬ ਇਹਨੇ ਭੈਣ ਨਾਲ ਰਾਬਤਾ ਸ਼ੁਰੂ ਕਰਤਾ ਕਿ ਭੈਣ ਤੂੰ ਜਲਦੀ ਜਿਹੜਾ ਮੇਰਾ ਵੀਜ਼ਾ ਅਪਲਾਈ ਕਰਨਾ। ਉਹਨੇ ਆਖਿਆ ਤੂੰ ਫਿਕਰ ਨਾ ਕਰ, ਮੈਂ ਤੇਰਾ ਵੀਜ਼ਾ ਜਿਹੜਾ ਲਾਜ਼ਮੀ ਅਪਲਾਈ ਕਰਾਂਗੀ। ਉਹਨੇ ਕਹਿੰਦੀ ਰਹੀ ਆਪਣੇ ਜਿਹੜਾ ਜਣੇ ਨੂੰ ਕਿ ਤੂੰ ਜਿਹੜਾ ਮੇਰੇ ਭਰਾ ਦਾ ਜਿਹੜਾ ਨਾ ਵੀਜ਼ਾ ਅਪਲਾਈ ਕਰ, ਲੇਕਿਨ ਉਹ ਜਿਹੜਾ ਵੀਜ਼ਾ ਅਪਲਾਈ ਨਹੀਂ ਸੀ ਕਰਦਾ ਪਿਆ। ਇੱਕ ਦਿਨ ਉਹਨੂੰ ਦਫ਼ਤਰ ਲੈ ਗਿਆ, ਉਹਨੇ ਕਿਹਾ ਗੱਲ ਸੁਣ, ਮੈਂ ਤੂੰ ਪਤਾ ਕੀਤਾ ਲੇਕਿਨ ਤੂੰ ਅਪਲਾਈ ਇਹ ਨਹੀਂ ਕਰ ਸਕਦੀ, ਤੂੰ ਜਿਸ ਦੇਰ ਤੱਕ ਇੱਥੇ ਤੈਨੂੰ 5 ਸਾਲ ਨਹੀਂ ਹੋ ਜਾਣੇ ਉਸ ਤੋਂ ਪਹਿਲਾਂ ਤੂੰ ਅਪਲਾਈ ਨਹੀਂ ਕਰ ਸਕਦੀ। ਉਹਨੇ ਜਿਸ ਵੇਲੇ ਭਰਾ ਨੂੰ ਦੱਸਿਆ, ਭਰਾ ਬੜਾ ਪਰੇਸ਼ਾਨ ਹੋਇਆ, ਇਹਨੇ ਬੜਾ ਧੋਖਾ ਦਿੱਤਾ ਮੈਨੂੰ, ਆਂਦਾ ਕਿ ਬਲਾ ਇਹਨੂੰ ਸਾਰੇ ਕਾਨੂੰਨਾਂ ਦਾ ਪਤਾ ਆ। ਉਹਨੇ ਆਖਿਆ ਬਾਰਾ ਹੁਣ ਕੀ ਕਰੀਏ ਫਿਰ। ਉਹਨੇ ਬਾਰਾ ਜ਼ਨਾਨੀ ਨੇ ਜ਼ਿੱਦ ਕੀਤੀ ਆਪਣੇ ਜਣੇ ਨਾਲ ਕਿ ਤੂੰ ਮੇਰੇ ਭਰਾ ਨੂੰ ਇੱਥੇ ਅਮਰੀਕਾ ਬੁਲਾ। ਉਹਨੇ ਆਖਿਆ ਹਾਲਾ ਮੈਂ ਕਿਸੇ ਬੰਦੇ ਨਾਲ ਗੱਲ ਕਰਨਾ। ਉਹਦੀ ਗੱਲਬਾਤ ਐਸੀ ਪਾਕਿਸਤਾਨ। ਉਹਨੇ ਆਖਿਆ ਜੀ ਇਸ ਤਰ੍ਹਾਂ ਜਿਹੜਾ ਮੇਰਾ ਸਾਲ ਹੈ ਇਹਦਾ ਬੰਦੋਬਸਤ ਕਰਨਾ। ਉਹਨੇ ਆਖਿਆ ਕੀ ਬੰਦੋਬਸਤ? ਉਹਨੇ ਕਿਹਾ ਕਿਸੇ ਅਫਰੀਕਾ ਦੇ ਮੁਲਕ ਇਹਨੂੰ ਟੋਰੋ, ਉੱਥੇ ਜਾ ਕੇ ਕੋਈ ਥੋੜਾ ਇਹਨੂੰ ਰਗੜਾ ਲਵਾਓ ਤੇ ਫਿਰ ਇਹਨੂੰ ਪਤਾ ਲੱਗੇ ਕਿ ਮੈਂ ਅਮਰੀਕਾ ਆਉਣਾ ਹੈ ਕਿ ਪਾਕਿਸਤਾਨ ਵਾਪਸ ਹੀ ਮੈਂ ਠੀਕ ਆ। ਉਹਨੇ ਆਖਿਆ ਜੀ ਠੀਕ ਹੈ ਜੀ, ਜਿਸ ਤਰ੍ਹਾਂ ਤੁਸੀਂ ਆਖੋ। ਉਹਨੇ ਜਨਾਬ ਪੈਸੇ ਲਾਏ ਕੋਈ 5-7 ਲੱਖ ਰੁਪਈਆ। ਉਹਨਾਂ ਜਨਾਬ ਇਹਨੂੰ ਟਿਕਟ ਤੇ ਵੀਜ਼ਾ ਨਾਲ ਦਿੱਤਾ। ਉੱਥੇ ਅਫਰੀਕਾ ਦੇ ਇੱਕ ਮੁਲਕ ਲੈ ਗਏ। ਜਿਸ ਵੇਲੇ ਉੱਥੇ ਖੜਿਆ ਜਨਾਬ ਅੱਗੂ ਉੱਥੇ ਕਾਲੇ ਸੀ, ਉਂਝ ਰੰਗ ਸ਼ੰਗੀ ਦਾ ਠੀਕ ਸੀ, ਸੋਹਣਾ ਸੀ, ਚਿੱਟਾ ਸੀ। ਉੱਥੇ ਜਿਸ ਵੇਲੇ ਗਿਆ ਜਨਾਬ ਉਹਨਾਂ ਨੇ ਜਨਾਬ ਪੂਰੀ ਇਹਦੇ ਨਾਲ ਯੈਸ਼ੀ ਮੈਸ਼ੀ ਕੀਤੀ, ਨਾਲੇ ਇਹਨੂੰ ਕੁੱਟਿਆ। ਰੋਂਦਾ ਸੀ, ਆਂਦਾ ਜੀਜਾ ਮੈਨੂੰ ਕਿੱਥੇ ਤੂੰ ਫਸਾ ਦਿੱਤਾ ਇੱਥੇ ਅਫਰੀਕਾ 'ਚ, ਮੈਨੂੰ ਕਦੋਂ ਤੂੰ ਇੱਥੋਂ ਕੱਢਣਾ। ਉਹਨੇ ਆਖਿਆ ਤੂੰ ਫਿਕਰ ਨਾ ਕਰ, ਮੈਂ ਕੀਤੀ ਹੈ ਏਜੰਟ ਨਾਲ ਗੱਲ ਤੇ ਬੜੀ ਜਲਦੀ ਜਿਹੜਾ ਮੈਂ ਤੈਨੂੰ ਬੁਲਾ ਆਪਣੇ ਕੋਲ। ਉਹ ਜਨਾਬ ਐਸੇ ਨਾ ਕਰਦਿਆਂ ਕਰਾਇਆ 6 ਮਹੀਨੇ ਉਹਨੇ ਅਫਰੀਕਾ ਦੇ ਉਸ ਮੁਲਕ 'ਚ ਬਿਠਾਈ ਰੱਖਿਆ। ਨੌਜਵਾਨ ਜਿਹੜਾ ਅੱਕ ਕੇ ਪਾਕਿਸਤਾਨ ਫੋਨ ਕਰਦਾ, ਕਹਿੰਦਾ ਕਿ ਮੈਂ ਇੱਥੇ ਨਹੀਂ ਰਹਿਣਾ, ਮੈਂ ਪਾਕਿਸਤਾਨ ਹੈ, ਮੇਰੀ ਤੋਬਾ ਅਗਰ ਮੈਂ ਅਮਰੀਕਾ ਜਾਂ ਤੇ। ਉਹ ਅੱਗੂ ਉਹਦਾ ਜੀਜਾ ਆਖੇ ਕਿ ਸਬਰ ਕਰ ਜਾ ਯਾਰ, ਮੈਂ ਗੱਲ ਕੀਤੀ। ਉਹਨੇ ਕਿਹਾ ਕੋਈ ਬੰਦਾ ਮੇਰੇ ਕੋਲ ਆਉਂਦਾ ਨਹੀਂ। ਉਹਨੇ ਕਿਹਾ ਗੱਲ ਸੁਣ, ਮੈਂ ਤੈਨੂੰ ਹਰਚਾ ਤੇ ਟੋਰਨਾ ਨਾ ਪਿਆ, ਤੂੰ ਇੰਤਜ਼ਾਰ ਕਰ ਬਹਿ ਕੇ ਤੇ ਤੂੰ ਲਾਜ਼ਮੀ ਇੱਥੇ ਪਹੁੰਚ। ਉਹਨੇ ਆਖਿਆ ਜੀ ਮੈਂ ਨਹੀਂ ਹੁਣ ਇੱਥੇ ਅਫਰੀਕਾ ਰਹਿਣਾ। ਉਹ ਜਨਾਬ ਉੱਥੋਂ ਜਿਸ ਵੇਲੇ ਵਾਪਸ ਆਇਆ ਬੜਾ ਡਰਿਆ। ਜਿਸ ਵੇਲੇ ਪਾਕਿਸਤਾਨ ਪਹੁੰਚਿਆ ਆ ਕੇ ਘਰ ਦੇ ਤਾਕੇ ਹੈਰਾਨ ਪਰੇਸ਼ਾਨ ਹੋ ਗਏ, ਪੁੱਤਰ ਜਿਸ ਵੇਲੇ ਤੂੰ ਗਏ ਐਡਾ ਸੋਹਣਾ ਤੇਰਾ ਰੰਗ ਸੀ, ਚੰਗਾ ਭਲਾ ਤੂੰ ਸੋਹਣਾ ਲੱਗਣਾ ਪਿਆ, ਹੁਣ ਉੱਥੋਂ ਆਏ ਤੇ ਇੰਜ ਲੱਗਦਾ ਕਿ ਪਤਾ ਨਹੀਂ ਤੈਨੂੰ ਕਿਤਨਾ ਕਿਸੇ ਨੇ ਮਾਰਿਆ ਕੁੱਟਿਆ। ਉਹਨੇ ਆਖਿਆ ਅੰਮਾ ਜੀ ਕੁਝ ਵੀ ਨਾ ਪੁੱਛੋ, ਜਿਹੜੀਆਂ ਮੈਂ ਉੱਥੇ ਮੁਸੀਬਤਾਂ ਤੱਕ ਕੇ ਆਇਆ ਨਾ ਤੇ ਮੈਂ ਅਮਰੀਕਾ ਜਾਣਾ ਨਾ ਮੈਂ ਕਿਸੇ ਹੋਰ ਮੁਲਕ ਜਾਣਾ, ਮੈਂ ਤੇ ਇੱਥੇ ਹੀ ਸਹੀ ਹਾਂ। ਉਹ ਜੀਜਾ ਉਹਦਾ ਬਾਰ-ਬਾਰ ਫੋਨ ਕਰ। ਉਹਨੇ ਕਿਹਾ ਗੱਲ ਸੁਣ, ਉਹ ਬੰਦੇ ਨਾਲ ਮੈਂ ਗੱਲ ਕੀਤੀ ਹੈ ਤੇ ਤੈਨੂੰ ਫਿਰ ਉੱਥੇ ਟੋਰਨਾ ਤੇ ਤੈਨੂੰ ਇੱਧਰ ਮੈਂ ਕੱਢਣਾ। ਉਹਨੇ ਆਖਿਆ ਜੀ ਤੂੰ ਜੋ ਮਰਜ਼ੀ ਕਰ ਲੈ, ਮੈਨੂੰ ਤੂੰ ਪਾਕਿਸਤਾਨ ਕੋ ਕਾਰੋਬਾਰ ਬਣਾ ਦੇ, ਮੈਂ ਜਿਹੜਾ ਨਾ ਅਮਰੀਕਾ ਤੇ ਨਾ ਕਿਧਰੇ ਯੂਰਪ ਜਾਣਾ। ਉਹਨੇ ਜਨਾਬ ਤੋਬਾ ਕਰ ਲਈ। ਉਹਨੇ ਕਿਹਾ ਠੀਕ ਹੈ ਤੂੰ ਕੋਈ ਦੁਕਾਨ ਤੱਕ ਲੈ ਤੇ ਉੱਥੇ ਦੁਕਾਨ ਬਣਾ ਕੇ ਤੇ ਤੂੰ ਉੱਥੇ ਬਹਿ ਜਾ। ਉਹਨੇ ਜਨਾਬ ਕੋਈ 5-7 ਲੱਖ ਰੁਪਈਆ ਉਹਨੂੰ ਟੋਰਿਆ। ਉਹਨੇ ਦੁਕਾਨ ਬਣਾਈ ਤੇ ਉੱਥੇ ਆਪਣੇ ਰਾਮ ਸਕੂਨ ਨਾਲ ਬਹਿ ਰਿਹਾ। ਨਾ ਉਹਦਾ ਅਮਰੀਕਾ ਦਾ ਹਾਂ ਪੂਰਾ ਹੋਇਆ ਤੇ ਨਾ ਹੀ ਉਹ ਅਮਰੀਕਾ ਜਾ ਸਕਿਆ। ਭੈਣ ਤੇ ਜਿਹੜੀ ਉਹ ਪਹਿਲਾਂ ਹੀ ਉੱਥੇ ਪਹੁੰਚ ਗਈ ਸੀ। ਜਨਾਬ ਇੱਥੇ ਰਾਮ ਸਕੂਨ ਨਾਲ ਪਾਕਿਸਤਾਨ ਬਹਿ ਗਿਆ, ਦੁਕਾਨ ਚਲਾਉਂਦਾ ਤੇ ਇੱਕ ਮਾੜੇ ਜਿਹੇ ਘਰ 'ਚ ਉਹਨਾਂ ਸ਼ਾਦੀ ਕਰ ਦਿੱਤੀ ਤੇ ਇਸ ਟਾਈਮ ਬੜੀ ਸਕੂਨ ਦੀ ਜ਼ਿੰਦਗੀ ਗੁਜ਼ਾਰ ਰਿਹਾ ਤੇ ਅਮਰੀਕਾ ਤੋਂ ਜਿਹੜਾ ਤੋਬਾ ਕਰ ਲਈ। ਹਰ ਵਾਰੀ ਹਾਪ ਨਹੀਂ ਪੂਰਾ ਹੁੰਦਾ। ਬੇਸ਼ੱਕ ਉਹਨੇ ਆਪਣੀ ਭੈਣ ਨੂੰ ਵੀ ਕੋਸ਼ਿਸ਼ ਕੀਤੀ ਰਿਸ਼ਤਾ ਕਰਾ ਕੇ ਸ਼ਾਇਦ ਉਹ ਮੈਨੂੰ ਬੁਲਾ ਲੇਗੀ, ਲੇਕਿਨ ਉਹ ਵੀ ਹਾਪ ਉਹਦਾ ਪੂਰਾ ਨਾ ਹੋਇਆ। ਐਡੇ ਵੱਡੇ ਹਾਪ ਉਹਨੂੰ ਨਹੀਂ ਸੀ ਦੇਖਣੇ ਚਾਹੀਦੇ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਦਾ ਤੇ ਸਭ ਕੁਝ ਹੈ। ਅੱਲਾ ਹਾਫਿਜ਼।